मेरी गुड़िया वहाँ डॉक्टर इमरजेंसी जिसको बोलते हैं, वहाँ पर ना तो कोई पर्ची बनाने वाली डॉक्टर थी और ना ही कोई नर्स थी। 4 जुलाई को बर्थडे था इस गुड़िया का। मेरे दिल पे क्या बीत रही है आप लोग समझो। डेली ਅਸੀਂ ਉਹ ਸਾਡੀ ਟੀਮ ਹਰੇਕ ਘਰ ਵਿੱਚ ਜਾਂਦੀ ਹੈ, ਪੁੱਛਦੀ ਹੈ ਵੀ ਤੁਹਾਡਾ ਕੋਈ ਨਵਾਂ ਮਰੀਜ਼ ਤਾਂ ਨਹੀਂ ਹੈ ਜਿਹਨੂੰ ਟੱਟੀਆਂ ਲੱਗੀਆਂ ਹੋਣ। लूज मोशन हुई और उल्टियाँ हुई, 7 बजे प्राण छोड़ दिए। उन्होंने मुझे अस्पताल ले जाने का मौका भी नहीं दिया। मेरी उजड़ी है दुनिया। मेरे घर में 4 दिन के अंदर 2 मौतें, 28 जून को तारावती की हुई है और 1 जुलाई को मेरी ये गुड़िया। 18 लगा रहे थे, क्या करते हैं। मैंने कहा मेरे बच्चे को देख लो, तुम भी एक माँ हो, माँ का दर्द नहीं समझ सकते हो। कहती है ले जाओ अपने बच्चे को, तुम्हारा बच्चा तो पूरा होगा। डॉक्टर ने क्या बताया कि किसकी वजह से बेटी की आपकी जान चली गई? आए नहीं, डॉक्टर बिल्कुल भी नहीं आए। क्या करते हैं, चाय बिस्किट खा रहे थे। मैं बच्चे को कंधे पे लेके रोती रही, गिड़गिड़ाती रही, आप चाय बिस्कुट छोड़ दीजिए। चाय बिस्कुट उनका नहीं छूटा। दोनों लेडी डॉक्टर थी, उन्होंने चाय बिस्कुट मेरे को कहती है जाके अपना बच्चा बेड पे लिटाओ। मैंने बच्चा बेड पे भी लिटाया और उसके बाद चाय बिस्कुट ख़त्म करने के बाद मेरी लड़की ऊपर जा चुकी थी जब तक डॉक्टर आई। ਅਸੀਂ ਕਈ ਬਿਮਾਰੀਆਂ ਨੂੰ ਆਪ ਨਿਉਤਾ ਦਿੰਦੇ ਆ, ਆਪਣੇ ਅੰਦਰ ਲੈ ਕੇ ਜਾਂਦੇ ਆ। ਜਿਹੜੇ 2 ਪਰਿਵਾਰਾਂ ਦੀ ਜੀਆਂ ਦੀ ਜਾਨ ਗਈ ਹੈ, ਉਹਨਾਂ ਨਾਲ ਤੁਸੀਂ ਮੁਲਾਕਾਤ ਕੀਤੀ ਹੈ ਤੇ ਉਹਨਾਂ ਵਿੱਚ ਕੀ ਰੋਸ ਹੈ ਇਸ ਚੀਜ਼ ਨੂੰ ਲੈ ਕੇ ਕਿ ਜੋ ਪ੍ਰਸ਼ਾਸਨ ਧਿਆਨ ਨਹੀਂ ਦਿੰਦਾ? आप बताइए मुझे, माता कौशल्या विच डॉक्टर चाय बिस्कुट कीमती है कि बच्चे की जान कीमती है? मैं सारी दुनिया से ये पूछती हूँ। ਮੇਰੀਆਂ ਭੈਣਾਂ ਜਿਵੇਂ ਆਟਾ ਗੁੰਨਦੀਆਂ ਨੇ, ਉਸ ਟਾਈਮ ਪੂਰਾ ਆਪਣੀਆਂ ਐਨ ਉਹਨਾਂ ਤੱਕ ਆਪਣਾ ਜਿਹੜਾ ਹੈਗਾ ਪੂਰੀ ਚੰਗੀ ਤਰ੍ਹਾਂ ਹੱਥ ਧੋਣਾ। देखिए आपकी डॉक्टर की गलती थी, डॉक्टर नहीं आए मेरी बेटी के पास, इस करके हमारी बेटी पूरी हो गई। वो मुझे बेवकूफ़ बनाने के लिए थर्मामीटर उसके साइड में लगा रही थी। मैंने बोला ये किसके लिए लगाया जा रहा है? ठीक है, मैं जब जान सकती हूँ, मेरी लड़की ने पलक झप ली, फिर मुझे बेवकूफ़ बनाया जा रहा था। ਬੋਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਰੂਬਰੂ ਸੰਦੀਪ ਸਿੰਘ। ਅਸੀਂ ਪਟਿਆਲੇ ਦੇ ਅਲੀਪੁਰ ਅਰਾਈਆਂ ਪਿੰਡ ਵਿੱਚ ਬੈਠੇ ਹਾਂ ਤੇ ਕੁਝ ਦਿਨ ਪਹਿਲਾਂ ਇੱਥੇ ਡਾਇਰੀ ਨਾਲ ਕੁਝ ਮੌਤਾਂ ਹੋਈਆਂ ਤੇ ਉਸ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ ਵੀ ਵੱਧਦੀ ਰਹੀ ਤੇ ਹੁਣ ਉਸੇ ਨੂੰ ਲੈ ਕੇ ਅਸੀਂ ਐਸਐਮਓ ਸਾਹਿਬ ਤੋਂ ਪੁੱਛਾਂਗੇ ਕਿ ਉਹਨਾਂ ਵੱਲੋਂ ਕੀ ਹੁਣ ਮੂਵਮੈਂਟ ਚਲਾਈ ਗਈ ਹੈ ਜਿਹਦੇ ਨਾਲ ਇਹ ਸਾਰਾ ਕੁਝ ਪਤਾ ਕੀਤਾ ਜਾਵੇ ਤੇ ਇਹਨੂੰ ਹੁਣ ਰਾਏ ਦਿੱਤੀ ਜਾਵੇ। ਜੀ ਡਾਕਟਰ ਸਾਹਿਬ। ਹਾਂਜੀ, ਮੈਂ ਡਾਕਟਰ ਗੁਰਪ੍ਰੀਤ ਸਿੰਘ ਨਾਗਰਾ, ਐਸਐਮਓ ਕੌਲੀ। ਜਿੱਦਾਂ ਤੁਸੀਂ ਦੱਸਿਆ ਇਹ ਸਾਡਾ ਜੋ ਤੁਸੀਂ ਡੈਥ ਦੀ ਗੱਲ ਕੀਤੀ, 2 ਡੈਥਸ ਹੋਈਆਂ ਨੇ। 2 ਡੈਥਸ ਇਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੋ ਚੁੱਕੀਆਂ ਸਨ, ਜਿੱਦਾਂ ਕਿ ਇਹਨਾਂ ਕੋਈ ਵਾਸਤਾ ਨਹੀਂ ਸੀਗਾ। ਜਦੋਂ ਸਾਡਾ ਇਹ 4 ਤਰੀਕ ਤੋਂ ਸਾਡੀ ਇਹ ਮੁਹਿੰਮ ਚੱਲ ਰਹੀ ਹੈ ਤੇ ਅਸੀਂ 24 ਘੰਟੇ ਸਾਡਾ ਜਿਹੜਾ ਹੈਗਾ ਡਿਸਪੈਂਸਰੀ ਕੰਮ ਕਰ ਰਹੀ ਹੈ, ਮਾਰਨਿੰਗ, ਈਵਨਿੰਗ, ਨਾਈਟ। ਉਸ ਤੋਂ ਇਲਾਵਾ ਜੋ ਮੇਨ ਚੀਜ਼ ਹੈ, ਸਾਡੀਆਂ 20 ਟੀਮਾਂ ਬਣਾਈਆਂ। ਸਾਡੇ ਸਾਰੇ ਵਰਕਰ ਸਾਹਿਬਾਨ ਸਾਡੇ ਜੋ ਬਲਾਕ ਕੌਲੀ ਦੇ ਨੇ, 20 ਟੀਮਾਂ ਬਣਾ ਕੇ ਅਸੀਂ 1000 ਇਹਨਾਂ ਦੇ ਆਪਣੇ ਘਰ ਹੈਗੇ ਨੇ। ਇੱਕ ਟੀਮ 50 ਘਰ ਕਵਰ ਕਰ ਰਹੀ ਹੈ। ਡੇਲੀ ਅਸੀਂ ਉਹ ਸਾਡੀ ਟੀਮ ਹਰੇਕ ਘਰ ਵਿੱਚ ਜਾਂਦੀ ਹੈ, ਪੁੱਛਦੀ ਹੈ ਵੀ ਤੁਹਾਡਾ ਕੋਈ ਨਵਾਂ ਮਰੀਜ਼ ਤਾਂ ਨਹੀਂ ਹੈ ਜਿਹਨੂੰ ਟੱਟੀਆਂ ਲੱਗੀਆਂ ਹੋਣ, ਜਾਂ ਜਿਹੜਾ ਪੁਰਾਣਾ ਸੀ ਉਹ ਠੀਕ ਹੋ ਗਿਆ। ਇਸ ਤੋਂ ਇਲਾਵਾ ਅਸੀਂ ਉਹਨਾਂ ਨੂੰ ਕਲੋਰੀਨ ਦੀਆਂ ਗੋਲੀਆਂ ਵੀ ਵੰਡ ਰਹੇ ਹਾਂ। ਅਸੀਂ ਉਹਨਾਂ ਨੂੰ ਇਹ ਦਿੰਦੇ ਹਾਂ ਕਿ ਇੱਕ 20 ਲੀਟਰ ਦੇ ਵਿੱਚ ਇੱਕ ਗੋਲੀ ਕਲੋਰੀਨ ਦੀ ਪਾ ਕੇ ਫਿਰ ਹੀ ਪਾਣੀ ਯੂਜ਼ ਕਰਨਾ ਹੈ। ਦੂਜਾ ਅਸੀਂ ORS ਦੇ ਪੈਕਟ ਦੇ ਰਹੇ ਹਾਂ ਹਰੇਕ ਘਰ ਦੇ ਵਿੱਚ 2। ਉਹਨਾਂ ਨੂੰ ਅਸੀਂ ਪੈਂਫਲੇਟ ਵੰਡ ਰਹੇ ਹਾਂ ਤਾਂ ਕਿ ਉਹਨਾਂ ਨੂੰ ਜਾਣਕਾਰੀ ਮਿਲ ਸਕੇ ਵੀ ਇਹ ਕਿਸ ਤਰ੍ਹਾਂ ਇਹਨੂੰ ਕੰਟਰੋਲ ਕਰਨਾ ਹੈਗਾ। ਇਸ ਤੋਂ ਇਲਾਵਾ 10 ਪਾਣੀ ਦੇ ਟੈਂਕਰ ਖੜਾਏ ਨੇ। ਜਿੱਥੇ ਸਾਨੂੰ ਖਦਸ਼ਾ ਸੀਗਾ ਵੀ ਪਾਣੀ ਨਹੀਂ ਠੀਕ ਆ ਰਿਹਾ, ਉਹ ਕਾਰਪੋਰੇਸ਼ਨ ਦਾ ਹੈਗਾ, ਪ੍ਰੈਰੋਗੇਟਿਵ ਹੈਗਾ, ਤਾਂ ਉਹਦੇ ਵਿੱਚ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਟੂਟੀ ਵਾਲਾ ਪਾਣੀ ਬਿਲਕੁਲ ਨਹੀਂ ਪੀਣਾ, ਤੁਸੀਂ ਟੈਂਕਰ ਦਾ ਪਾਣੀ ਪੀਓ। ਜਾਂ ਜਿੱਥੇ ਥੋੜ੍ਹਾ ਸਮਰਸੀਬਲ ਲੱਗਿਆ, ਕਈ ਕਹਿੰਦੇ ਨੇ ਸਾਡੇ RO ਲੱਗਿਆ ਹੋਇਆ, ਸਾਨੂੰ ਅਸੀਂ ਕਿਹੜਾ ਪੀਏ। ਅਸੀਂ ਇੱਕੋ ਹੀ ਉਹਨਾਂ ਨੂੰ ਗਾਈਡਲਾਈਨ ਦੇ ਰਹੇ ਹਾਂ ਵੀ ਚਾਹੇ ਸਮਰਸੀਬਲ ਹੈ, ਚਾਹੇ ਟੁੱਲੂ ਪੰਪ ਹੈਗਾ, ਚਾਹੇ ਟੂਟੀ ਹੈ, ਤੁਸੀਂ ਪਾਣੀ ਉਬਾਲ ਕੇ ਪੀਣਾ ਹੈਗਾ। ਉਬਾਲੇ ਬਿਨਾਂ ਪਾਣੀ ਬਿਲਕੁਲ ਨਹੀਂ ਪੀਣਾ। ਤੇ ਮਿਊਨਿਸਪਲ ਅਧਿਕਾਰੀਆਂ ਵੱਲੋਂ ਕੋਈ ਕੀਤੀ ਗਈ ਛਾਣਬੀਣ ਇੱਥੇ ਕਿ ਰੀਜ਼ਨ ਕੀ ਹੋਇਆ, ਕਿਉਂ ਇੱਦਾਂ ਇੱਕੋਦਮ ਆਂਕੜੇ ਨੇ ਸਾਹਮਣੇ ਆਏ? ਉਹਨਾਂ ਵੱਲੋਂ ਸਾਰਾ ਜਿਹੜਾ ਹੈਗਾ ਇਹ ਏਰੀਏ ਦਾ ਜੋ ਕਾਰਪੋਰੇਸ਼ਨ ਦੇ ਇੰਜੀਨੀਅਰਸ ਹੈਗੇ ਨੇ ਉਹ ਤਹਿਕੀਕਾਤ ਕਰ ਰਹੇ ਨੇ। ਸਾਡੇ ਵੱਲੋਂ ਵਾਟਰ ਸੈਂਪਲਿੰਗ ਵੀ ਕੀਤੀ ਜਾ ਰਹੀ ਹੈ, ਉਹਨਾਂ ਵੱਲੋਂ ਵੀ ਕੀਤੀ ਜਾ ਰਹੀ ਹੈ। ਤੇ ਜਦੋਂ ਵੀ ਕੋਈ ਇਸ ਤੋਂ ਬਾਅਦ ਤੱਥ ਉਜਾਗਰ ਹੋਣਗੇ ਉਹ ਦੱਸ ਦਿੱਤਾ ਜਾਵੇਗਾ।
ਤੇ ਇਸ ਦੇ ਸਾਰੇ ਚੱਲਦੇ ਆ ਆਸ਼ਾ ਵਰਕਰਸ ਨੂੰ ਕੀ ਹਦਾਇਤਾਂ ਦਿੱਤੀਆਂ ਗਈਆਂ ਨੇ, ਕਿੱਦਾਂ ਉਹਨਾਂ ਨੂੰ ਟੈਕਲ ਕਰਨ, ਪ੍ਰੋਬਲਮ ਟੈਕਲ ਕਰਨ ਲਈ ਕੀ ਵਰਤੇ ਗਏ ਨੇ ਸਾਧਨ? ਦੇਖੋ, ਆਸ਼ਾ ਵਰਕਰ ਸਾਡੀ ਇੱਕ ਟੀਮ ਦਾ ਪਾਰਟ ਹੈ। ਸਾਡੇ SI ਸੁਪਰਵਾਈਜ਼ਰ ਹਨ, ਸਾਡੇ ਵਰਕਰ ਆਸ਼ਾ ਵਰਕਰ ਤੇ ਇੱਕ ਸਾਡੀਆਂ BSc ਨਰਸਿੰਗ ਦੇ ਸਟੂਡੈਂਟਸ ਦੀ ਟੀਮ ਬਣਾਈ ਸੀ। ਉਹਨਾਂ ਨੂੰ ਆਸ਼ਾ ਨੂੰ ਇਹੀ ਜਾਣਕਾਰੀ ਦੇ ਰਹੀਆਂ, ਮੁਹੱਈਆ ਕਰਾ ਰਹੀਆਂ ਨੇ ਜਿਹੜੇ ਤੁਹਾਨੂੰ ਪਹਿਲਾਂ ਦੱਸਿਆ। ਕਲੋਨੀ ਦੀਆਂ ਗੋਲੀਆਂ ਡਿਸਟਰੀਬਿਊਟ ਕਰਨੀਆਂ, ORS ਦੇਣੇ, ਇਹ ਮੁੱਢਲੇ ਕੰਮ ਹੈਗੇ ਜਿਹੜੇ ਉਹ ਕਰ ਰਹੀਆਂ ਨੇ। ਇਸ ਤੋਂ ਬਾਅਦ ਟੀਮ ਦੀ ਇਹ ਡਿਊਟੀ ਹੈ ਵੀ ਜਿਹੜਾ ਉਹਨੂੰ ਸਰਵੇ ਦੌਰਾਨ ਕੋਈ ਮਰੀਜ਼ ਮਿਲਦਾ ਉਹ ਸਾਡੇ ਕੋਲ ਡਿਸਪੈਂਸਰੀ ਭੇਜ ਦਿੰਦੀਆਂ ਨੇ। ਜੇ ਕੋਈ ਮਰੀਜ਼ ਨਹੀਂ ਆ ਸਕਦਾ ਫਿਰ ਸਾਨੂੰ ਕਨਵੇ ਕਰ ਦਿੰਦੀ ਹੈ ਟੀਮ। ਅਸੀਂ ਸਾਡਾ CHOs ਹੈਗੇ ਨੇ, ਉਹ ਜਾ ਕੇ ਘਰ ਜਾ ਕੇ ਚੈੱਕ ਕਰਾਂਦੇ ਤਾਂ ਕਿ ਮਤਲਬ ਹਰੇਕ ਪੱਖੋਂ ਅਸੀਂ ਮਰੀਜ਼ ਨੂੰ ਮਿਸ ਨਾ ਕਰ ਦਈਏ ਕਿਤੇ। ਜਿਹੜੇ 2 ਪਰਿਵਾਰਾਂ ਦੀ ਜੀਆਂ ਦੀ ਜਾਨ ਗਈ ਹੈ, ਉਹਨਾਂ ਨਾਲ ਤੁਸੀਂ ਮੁਲਾਕਾਤ ਕੀਤੀ ਹੈ ਤੇ ਉਹਨਾਂ ਵਿੱਚ ਕੀ ਰੋਸ ਆ ਇਸ ਚੀਜ਼ ਨੂੰ ਲੈ ਕੇ ਕਿ ਜੋ ਪ੍ਰਸ਼ਾਸਨ ਧਿਆਨ ਨਹੀਂ ਦਿੰਦਾ ਤੇ ਵਿੱਚ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ? ਨਹੀਂ, ਦੇਖੋ, ਇੱਕ ਪਾਰਟ ਐਂਡ ਪਾਰਸਲ ਹੈਗਾ ਤੇ ਅਸੀਂ ਰੋਸ ਵਾਲੀ ਤਾਂ ਗੱਲ ਨਹੀਂ ਕਹਿ ਸਕਦੇ, ਇਹ ਤਾਂ ਤੁਸੀਂ ਉਹਨਾਂ ਦੀ ਇੰਟਰਵਿਊ ਕਰ ਸਕਦੇ ਹੋ। ਪਰ ਸਾਡੇ ਮੁਤਾਬਕ ਜੋ ਸਾਡੇ ਹੈਲਥ ਵੱਲੋਂ ਜੋ ਜਿੰਨੇ ਵੀ ਐਫਰਟਸ ਕਰਨੇ ਬਣਦੇ ਸੀ ਉਹ ਅਸੀਂ ਪੂਰੀ ਤਨਦੇਹੀ ਨਾਲ ਸਾਡੇ ਸਿਵਲ ਸਰਜਨ ਸਾਹਿਬ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਅਸੀਂ ਕਰ ਰਹੇ ਹਾਂ। ਤੇ ਇਸ ਤੋਂ ਬਾਅਦ ਦੇਖਦੇ ਹਾਂ ਕਿੰਨੀ ਦੇਰ ਇਹ ਅਸੀਂ ਚਲਾਉਣਾ ਹੈ। ਜਿਹੜਾ ਸਾਡਾ ਇਹ ਸਰਵੇ ਦਾ ਪ੍ਰੋਸੈਸ ਹੈਗਾ, ਹੁਣ ਅੱਜ ਦੀ ਜੋ ਤਾਜ਼ਾ ਸਥਿਤੀ ਹੈਗੀ ਹੈ ਸਾਰਾ ਠੀਕ ਹੈਗਾ, ਕੋਈ ਨਵਾਂ ਕੇਸ ਨਹੀਂ ਆ, ਸਿਰਫ ਇੱਕ ਕੇਸ ਆਇਆ ਹੈਗਾ, ਬਾਕੀ ਠੀਕ ਹੈਗਾ। ਜਿਵੇਂ ਇਸ ਏਰੀਏ ਦੀ ਗੱਲ ਕਰੀਏ, ਜੋ ਕੁਛ ਇੱਥੇ ਹੋਇਆ, ਹੁਣ ਇਸ ਨੂੰ ਚੱਕ ਕੇ ਤੁਸੀਂ ਪੂਰੇ ਪਟਿਆਲੇ 'ਚ ਐਵੇਂ ਦੀ ਕੁਛ ਮੂਵਮੈਂਟ ਜਾਂ ਤੁਸੀਂ ਅਵੇਅਰਨੈਸ ਕੁਛ ਕਰੋਗੇ ਕਿਉਂਕਿ ਤਾਂ ਕਿ ਹੋਰ ਕਿਤੇ ਇਸ ਏਰੀਏ 'ਚ ਇੱਦਾਂ ਦਾ ਕੁਛ ਨਾ ਹੋ ਸਕੇ? ਹਾਂਜੀ, ਸਾਡਾ ਇਹ ਤਾਂ ਸਾਡੇ ਅੰਡਰ ਹੈ ਏਰੀਆ। ਬਾਕੀ ਡਿਪਟੀ ਕਮਿਸ਼ਨਰ ਲੈਵਲ ਤੇ ਜੋ ਸਾਡੇ ਡਿਪਟੀ ਕਮਿਸ਼ਨਰ ਹੈਗੇ ਨੇ ਉਹਨਾਂ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ, ਬਲਕਿ ਅੱਜ ਵੀ ਹੈਲਥ ਮਿਨਿਸਟਰ ਆ ਕੇ ਗਏ ਸੀ। ਤਾਂ ਜਿਹੜਾ ਹੈਗਾ ਉਹ ਤਾਂ ਪੂਰਾ ਸੰਦੇਸ਼ ਪੂਰਾ ਕਲੀਅਰ ਹੈਗਾ। ਸਾਰੇ ਪਟਿਆਲੇ ਦੇ ਵਿੱਚ ਜਿੱਥੇ ਵੀ ਕੋਈ ਇੱਦਾਂ ਦੀ ਦਿੱਕਤ ਆਉਂਦੀ ਹੈ, ਮਤਲਬ ਉਹਨੂੰ ਇੱਦਾਂ ਨਾ ਹੋਵੇ ਵੀ ਇਹ ਕਿਤੇ ਹੋਰ ਇੱਦਾਂ ਦਾ ਪ੍ਰਕੋਪ ਹੋ ਜਾਵੇ, ਉਸ ਤੋਂ ਪਹਿਲਾਂ ਹੀ ਸੰਭਲਿਆ ਜਾਵੇ। ਉਹ ਸਾਰੇ ਕੰਮ ਹੋ ਰਹੇ ਨੇ। ਡਾਕਟਰ, ਤੁਸੀਂ ਮੀਡੀਆ ਦੇ ਮਾਧਿਅਮ ਨਾਲ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਕਿ ਉਹ ਕਿਹੜੀਆਂ ਹਦਾਇਤਾਂ ਦਾ ਧਿਆਨ ਰੱਖਣ ਜੇ ਇਹੋ ਜਿਹਾ ਕੁਛ ਉਹਨਾਂ ਨੂੰ ਲੱਗਦਾ ਕਿ ਇਹ ਚੱਲ ਰਿਹਾ? ਮੇਰੇ ਵੱਲੋਂ ਜਾਂ ਸਿਹਤ ਮਹਿਕਮੇ ਵੱਲੋਂ ਇਹੀ ਹੈਗਾ ਵੀ ਜਿਹੜਾ ਇਹ ਮਹੀਨਾ 1.5 ਮਹੀਨੇ ਦਾ ਟਾਈਮ ਹੈਗਾ, ਜਾਂ ਹੁਣ ਬਰਸਾਤੀ ਸੀਜ਼ਨ ਆ ਰਿਹਾ ਹੈਗਾ, ਮਾਨਸੂਨ, ਇਹਦੇ ਵਿੱਚ ਜਿਹੜੀ ਵੀ ਉਹ ਪਾਣੀ ਉਬਾਲ ਕੇ ਪੀਣ। ਠੀਕ ਹੈ, ਇਹ ਤਾਂ ਇੱਕ ਮੁੱਢਲਾ ਆਪਾਂ ਆਪਣਾ ਵੀ ਡਿਊਟੀ ਬਣਦੀ ਹੈ ਨਾਗਰਿਕਾਂ ਦੀ। ਐ ਨਹੀਂ ਵੀ ਸਾਰਾ ਕੁਝ ਆਪਾਂ ਹੈਲਥ ਡਿਪਾਰਟਮੈਂਟ 'ਤੇ ਹੀ ਸਿੱਟਣਾ ਹੈਗਾ। ਨੰਬਰ 2, ਕੋਈ ਸਬਜ਼ੀਆਂ ਲਿਆਉਂਦੇ ਨੇ ਉਹ ਵੀ ਬਲਕਿ ਗਰਮ ਪਾਣੀ ਵਿੱਚ ਧੋ ਕੇ ਫੇਰ ਬਣਾਉਣ। ਉਸ ਤੋਂ ਬਾਅਦ ਜਿਹੜਾ ਹੈਗਾ ਖਾਣ ਪੀਣ ਦਾ ਪਰਹੇਜ਼ ਰੱਖਣ। ਐ ਨਹੀਂ ਬਾਹਰ ਦੀਆਂ ਤਲੀਆਂ ਹੋਈਆਂ ਚੀਜ਼ਾਂ, ਖਟਿਆਈ ਅਚਾਰ ਵਗੈਰਾ, ਉਹ ਵੀ ਉਹਨਾਂ 'ਤੇ ਵੀ ਬੈਨ ਹੈਗਾ, ਉਹ ਨਾ ਖਾਣ। ਬੱਚਿਆਂ ਨੂੰ ਖਾਸ ਕਰਕੇ ਕੋਈ ਕੁਰਕਰੇ ਖਾ ਲਏ ਜਾਂ ਕੋਈ ਦੂਜੀਆਂ ਚੀਜ਼ਾਂ ਹੈਗੀਆਂ ਨਾ, ਸਫਾਈ ਦਾ ਵੀ ਖਿਆਲ ਰੱਖਣਾ ਪਏਗਾ ਸਾਨੂੰ। ਤੇ ਪਿੰਡਾਂ ਦੇ ਵਿੱਚ ਖਾਸ ਕਰਕੇ ਕੋਈ ਜਿਵੇਂ ਹੁਣ ਡੇਂਗੂ ਦਾ ਵੀ ਸਾਡਾ ਸੀਜ਼ਨ ਚੱਲ ਰਿਹਾ ਹੈ ਜਾਂ ਹੋਰ ਬਿਮਾਰੀਆਂ ਕਈ ਵਾਰੀ ਇਕੱਠੀਆਂ ਆ ਜਾਂਦੀਆਂ ਨੇ, ਤਾਂ ਮੇਨ ਮੁੱਢਲੇ ਇਹੀ ਨੇ ਸਾਡੇ। ਡਾਇਰੀਏ ਨਾਲ ਜੋ ਇੱਥੇ ਪ੍ਰਕੋਪ ਫੈਲਿਆ ਉਸ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ ਵਧੀ ਤੇ ਕੁਝ ਮੌਤਾਂ ਵੀ ਦੱਸੀਆਂ ਜਾ ਰਹੀਆਂ ਨੇ ਤੇ ਉਸ ਨੂੰ ਲੈ ਕੇ ਅੱਜ ਇੱਥੇ ਮੂਵਮੈਂਟ ਚਲਾਈ ਗਈ ਸਾਰੇ ਮਾਮਲਿਆਂ ਨੂੰ ਨਿਪਟਣ ਲਈ। ਤੇ ਅੱਜ ਡਾਕਟਰ ਸਾਹਿਬ ਇੱਥੇ ਆਏ ਹਨ, ਡਾਕਟਰ ਜੋਤ ਸਿੰਘ ਜੀ, ਉਹਨਾਂ ਤੋਂ ਜਾਣਾਂਗੇ ਕਿ ਕੁਝ ਇਹ ਟੈਕਨੀਕਲ ਗੱਲਾਂ 'ਤੇ ਵੀ ਗੌਰ ਕਰਾਂਗੇ ਕਿ ਇਹ ਸਭ ਕੁਝ ਕਿਉਂ ਹੈ ਤੇ ਹੁਣ ਉਹਨੂੰ ਕਾਬੂ ਕਰਨ ਲਈ ਕੀ ਕੁਛ ਕੀਤਾ ਜਾ ਰਿਹਾ। ਜੀ ਡਾਕਟਰ ਸਾਹਿਬ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਦੇਖੋ, ਇਹਦੇ ਵਿੱਚ ਇੱਦਾਂ ਹੈ ਕਿ ਕੇਸਿਸ ਆਏ ਆਪਣੇ ਕੋਲ 2 ਰੀਜ਼ਨ ਹੁੰਦੇ ਨੇ। ਜਾਂ ਤਾਂ ਆਪਾਂ ਸੋਚਦੇ ਹਾਂ ਕਿ ਕੁਝ ਖਾਣ ਨਾਲ ਬਿਮਾਰ ਹੁੰਦੇ ਨੇ, ਜੋ ਕਿ ਇਸ ਮੌਸਮ ਵਿੱਚ ਸੁਭਾਵਿਕ ਹੈ। ਆਪਣਾ ਕੁਛ ਬਾਰ ਮਾੜਾ ਮੋਟਾ ਖਾ ਲੈਂਦੇ ਹਾਂ ਤਾਂ ਵੀ ਆਪਾਂ ਨੂੰ ਡਾਇਰੀਆ ਹੋ ਜਾਂਦਾ ਹੈ। ਪਰ ਜਦੋਂ ਆਪਾਂ ਲਿੰਕੇਜ ਦੇਖਦੇ ਹਾਂ ਇੱਕੋ ਜਗ੍ਹਾ ਦੇ ਉੱਤੇ ਇੰਨੇ ਜ਼ਿਆਦਾ ਕੇਸ ਆਣੇ, ਉਹ ਕਿਤੇ ਨਾ ਕਿਤੇ ਲਿੰਕੇਜ ਜਿਹੜੀ ਸੀ ਉਹ ਫੂਡ ਨੂੰ ਛੱਡ ਕੇ ਪਾਣੀ ਦੀ ਬਣ ਰਹੀ ਸੀ। ਤਾਂ ਕਿਤੇ ਨਾ ਕਿਤੇ ਕੁਆਲਿਟੀ ਜਿਹੜੀ ਸੀ ਉਹ ਥੋੜ੍ਹੀ ਜਿਹੀ ਖਰਾਬ ਸੀ ਪਹਿਲਾਂ, ਜੋ ਕਿ ਹੁਣ ਆਪਾਂ ਰੀਸੈਂਟ ਸੈਂਪਲ ਲਏ ਨੇ, ਜਿੰਨੇ ਵੀ ਹੁਣ ਲਏ ਨੇ ਪਿਛਲੇ 2-3 ਦਿਨਾਂ ਦੇ ਸੈਂਪਲਸ ਆਪਣੇ ਠੀਕ ਆ ਰਹੇ ਨੇ। ਤਾਂ ਮਤਲਬ ਆਪਾਂ ਨੂੰ ਉਹ ਤਾਂ ਵੀ ਕੋਰਿਲੇਟ ਹੁੰਦਾ ਕਿ ਇੱਕ ਤਰ੍ਹਾਂ ਆਪਣੇ ਕੇਸਿਸ ਵੀ ਜਿਹੜੇ ਨੇ ਉਹ ਹੁਣ ਘਟ ਰਹੇ ਨੇ। ਤਾਂ ਉਸ ਨੂੰ ਦੇਖਦੇ ਹੋਏ ਹੁਣ ਸਥਿਤੀ ਜਿਹੜੀ ਹੈ ਥੋੜ੍ਹੀ ਜਿਹੀ ਇੰਪਰੂਵਡ ਹੈ ਤੇ ਕੰਟਰੋਲ 'ਚ ਹੈ ਜੀ। ਡਾਕਟਰ ਸਾਹਿਬ, ਜਿਹੜੇ ਜਦੋਂ ਇਹ ਹਾਦਸੇ ਸ਼ੁਰੂ ਹੋਏ ਉਦੋਂ ਦੇ ਵਾਟਰ ਦੇ ਸੈਂਪਲਾਂ 'ਚ ਤੇ ਜਿਹੜੇ ਤੁਸੀਂ ਬਾਅਦ 'ਚ ਲਏ ਨੇ, ਜਿਹੜਾ ਵਾਇਰਸ ਦਾ ਮਾਤਰਾ ਕਿੰਨਾ ਕੁ ਅੰਤਰ ਆ ਉਹਦੇ ਵਿੱਚ? ਦੇਖੋ, ਬੈਕਟੀਰੀਅਲ ਆਪਾਂ ਦੇਖਦੇ ਹਾਂ ਕੋਲੀਫਾਰਮ ਦਾ ਨੰਬਰ, ਉਹ ਇਟ ਸ਼ੁੱਡ ਬੀ ਨਿਲ, 0 ਹੋਣਾ ਚਾਹੀਦਾ। ਉਹ ਪਹਿਲਾਂ ਥੋੜ੍ਹਾ ਜਿਹਾ ਆ ਰਿਹਾ ਸੀ। ਤਾਂ ਹੁਣ ਜਿਹੜਾ ਹੈਗਾ ਕਿਤੇ ਨਾ ਕਿਤੇ ਜਿਹੜੇ ਲੀਕੇਜ ਪੁਆਇੰਟ ਨੇ ਉਹ MC ਕਮਿਸ਼ਨਰ ਆਪਣੇ ਜਿਹੜੇ ਕਾਰਪੋਰੇਸ਼ਨ ਵੱਲੋਂ ਨੇ ਉਹ ਕਾਫੀ ਜ਼ਿਆਦਾ ਜਿਹੜੇ ਲੱਭੇ ਗਏ ਨੇ ਤੇ ਉਹ ਕੀਤੇ ਗਏ ਨੇ, ਕਲੋਜ਼ ਕੀਤੇ ਗਏ ਨੇ। ਜਿਵੇਂ ਕਈ ਜਗ੍ਹਾ ਦਾ ਉੱਤੇ ਆਪਾਂ ਦੇਖਿਆ ਕਿ ਸੀਵਰੇਜ ਦੀ ਪਾਈਪਲਾਈਨ ਦੇ ਵਿੱਚ ਇਹਦੇ ਨਾਲ ਹੀ ਮਤਲਬ ਪੀਣ ਵਾਲਾ ਪਾਣੀ ਜਾ ਰਿਹਾ। ਤਾਂ ਉਹ ਚੀਜ਼ਾਂ ਕਾਫੀ ਉਹਨਾਂ ਨੇ ਉਸ ਚੀਜ਼ ਨੂੰ ਇੰਪਰੂਵ ਕੀਤਾ ਕੱਟ ਕੇ ਜੀ। ਹਾਂਜੀ ਹਾਂਜੀ।
ਤੇ ਉਹ ਪ੍ਰੋਬਲਮ ਡਿਟੈਕਟ ਕਰ ਲਈ ਗਿਆ, ਤੁਹਾਨੂੰ ਉਹਦੇ ਬਾਰੇ ਨੌਲੇਜ ਹੈ ਕਿ ਕਿੱਥੋਂ ਲੀਕੇਜ ਹੋ ਰਿਹਾ ਜਾਂ ਕਿੱਥੋਂ, ਜਾਂ ਹਲੇ ਚੱਲ ਰਹੀ ਹੈ ਛਾਣਬੀਣ? ਨਹੀਂ, ਹਲੇ ਵੀ ਚੱਲ ਰਹੀ ਹੈ ਉਹਨਾਂ ਦੀ। ਉਹਨਾਂ ਦਾ ਪੂਰਾ ਜਿਹੜਾ ਹੈਗਾ ਸਰਵੇ ਹੈ ਉਹ ਚੱਲ ਰਿਹਾ ਹੈ। ਉਹਦੇ ਨਾਲ ਨਾਲ ਕੱਲੀ ਕਾਰਪੋਰੇਸ਼ਨ ਨਹੀਂ, ਜੋ ਡਿਪਟੀ ਕਮਿਸ਼ਨਰ ਨੇ ਉਹਨਾਂ ਨੇ ਅੱਗੇ ਵੀ ਫਰਦਰ ਡਿਪਾਰਟਮੈਂਟਸ ਵਾਈਜ਼ ਡਿਊਟੀਜ਼ ਲਗਾਈਆਂ ਹੋਈਆਂ ਨੇ। ਵਾਟਰ ਸੈਨੀਟੇਸ਼ਨ ਡਿਪਾਰਟਮੈਂਟ ਹੈ, ਸੀਵਰੇਜ ਬੋਰਡ ਡਿਪਾਰਟਮੈਂਟ ਹੈ, ਉਹ ਸਾਰੇ ਹੀ ਜਿਹੜੇ ਨੇ ਜ਼ੋਨ ਵਾਈਜ਼ ਡਿਵਾਈਡ ਕਰਕੇ ਏਰੀਏ ਨੂੰ ਹਰ ਇੱਕ ਛੋਟੀ ਤੋਂ ਛੋਟੀ ਗਲੀ ਦੇ ਵਿੱਚ ਜਾ ਕੇ ਉਹ ਚੈੱਕ ਕਰ ਰਹੇ ਨੇ। ਜੀ ਡਾਕਟਰ ਸਾਹਿਬ, ਇੱਕ ਵਾਟਰ ਆਰਓ ਦੀ ਗੱਲ ਕਰਾਂ, ਉੱਤੇ ਸਮੇਂ-ਸਮੇਂ ਤੇ ਕਈ ਡਾਕਟਰ ਸ਼ੰਕੇ ਵੀ ਖੜੇ ਕਰਦੇ ਨੇ। ਤੁਹਾਨੂੰ ਲੱਗਦਾ ਜਿਹੜੇ ਆਰਓ ਵਾਟਰ ਨੇ, ਜਿਹੜੇ ਵੀ ਕਿਸੇ ਵੀ ਕੰਪਨੀ ਦੇ ਹੋਣ ਜਾਂ ਕਿਸੇ ਵੀ ਤਰ੍ਹਾਂ ਦੇ ਹੋਣ, ਉਹ ਜਦੋਂ ਡਾਇਰੀ ਵਰਗੇ ਵਾਇਰਸ ਜਾਂ ਬੈਕਟੀਰੀਆ ਪਾਣੀ 'ਚ ਉਹਦੇ ਨਾਲ ਨਜਿੱਠਣ ਲਈ ਸਾਰਥਕ ਹੁੰਦੇ ਨੇ? ਦੇਖੋ, ਨਾਰਮਲੀ ਦੇਖੀਏ ਤਾਂ ਜਿਹੜੇ ਫਿਲਟਰ ਆਪਾਂ ਜਿਹਨੂੰ ਕਹਿ ਦਿੰਦੇ ਆ, ਉਹ ਮਤਲਬ ਬਹੁਤ ਘੱਟ ਲੈਵਲ ਤੱਕ ਹੀ ਉਸ ਨੂੰ ਰੋਕ ਸਕਦੇ ਨੇ। ਜੇ ਆਪਾਂ ਕਹੀਏ ਕਿ ਉਹ ਇਸ ਤਰ੍ਹਾਂ ਨਾਲ ਬਚਾ ਲੈਣਗੇ ਆਪਾਂ ਨੂੰ, ਆਪਾਂ ਕਲੀਅਰਲੀ ਨਹੀਂ ਕਹਿ ਸਕਦੇ। ਯੂਵੀ ਵਗੈਰਾ ਵਗੈਰੇ ਜਿਹੜੇ ਐਡਵਾਂਸਡ ਆਰਓ ਸਿਸਟਮ ਨੇ, ਉਹ ਤਾਂ ਬੈਕਟੀਰੀਆ ਲਈ ਸੇਫ ਹੁੰਦੇ ਨੇ। ਹਾਂਜੀ ਹਾਂਜੀ, ਠੀਕ ਹੈ। ਤੇ ਡਾਕਟਰ ਸਾਹਿਬ, ਹੁਣ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਇਸ ਮੌਸਮ 'ਚ ਖਾਸ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਇਸ ਬਿਮਾਰੀ ਤੋਂ ਬਚਿਆ ਜਾ ਸਕੇ? ਦੇਖੋ, ਸਭ ਤੋਂ ਪਹਿਲਾਂ ਮੈਂ ਮਤਲਬ ਕਹਿਣਾ ਚਾਹਾਂਗਾ ਜੀ ਲੋਕਾਂ ਨੂੰ ਕਿ ਆਪਣੀ ਹਾਈਜੀਨ ਸਭ ਤੋਂ ਇੰਪੋਰਟੈਂਟ ਹੈ। ਹੈਂਡ ਹਾਈਜੀਨ ਜਿਹੜੀ ਹੈ, ਕਿਉਂਕਿ ਸਾਡੇ ਹੱਥਾਂ ਨਾਲ ਜੋ ਅਸੀਂ ਖਾਣਾ ਹੈ, ਜੋ ਅਸੀਂ ਪੀਣਾ ਹੈ, ਉਹ ਸਾਡੇ ਅੰਦਰ ਜਾਣਾ ਹੈ। ਜੀ, ਅਸੀਂ ਕਈ ਬਿਮਾਰੀਆਂ ਨੂੰ ਆਪ ਨਿਉਤਾ ਦਿੰਦੇ ਹਾਂ, ਆਪਣੇ ਅੰਦਰ ਲੈ ਕੇ ਜਾਂਦੇ ਹਾਂ। ਤਾਂ ਆਪਣੇ ਘਰ ਤੋਂ ਦੇਖੋ, ਆਪਣੀ ਹਾਈਜੀਨ ਦਾ ਧਿਆਨ ਰੱਖੋ। ਜਿਹੜਾ ਕੂੜਾ ਹੈਗਾ ਉਸ ਨੂੰ ਥੋੜ੍ਹਾ ਜਿਹਾ ਉਸ ਤਰ੍ਹਾਂ ਰੱਖੋ ਕਿ ਸੈਪਰੇਟ ਰਵੇ। ਬੱਚਿਆਂ ਨੂੰ ਆਦਤ ਪਾਓ, ਬਜ਼ੁਰਗਾਂ ਨੂੰ ਆਦਤ ਪਾਓ ਕਿ ਖਾਣ ਤੋਂ ਪਹਿਲਾਂ ਜਾਂ ਫਿਰ ਟਾਇਲਟ ਜਾਣ ਤੋਂ ਬਾਅਦ ਜਿਹੜੇ ਨੇ ਉਹ ਮੈਂਡੇਟਰੀ ਜਿਹੜੇ ਨੇ ਚੰਗੀ ਤਰ੍ਹਾਂ ਨਾਲ ਹੱਥ ਧੋਣ, ਹੈ ਨਾ, ਆਪਣਾ ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋ ਕੇ ਫੇਰ ਹੀ ਰੋਟੀ ਖਾਣ। ਕਿ ਕਈ ਵਾਰੀ ਕੀ ਹੁੰਦਾ, ਆਪਾਂ ਬਾਹਰੋਂ ਵੀ ਖਾ ਲੈਂਦੇ, ਕੰਟੈਮੀਨੇਟਡ ਹੁੰਦਾ, ਉਹ ਵੀ ਆਪਾਂ ਬਾਹਰ ਜਿਸ ਤਰ੍ਹਾਂ ਦੇ ਹੱਥ ਹੁੰਦੇ ਨੇ, ਜਿਸ ਤਰ੍ਹਾਂ ਦਾ ਆਪਾਂ ਲੈ ਕੇ ਉਸੇ ਤਰ੍ਹਾਂ ਹੀ ਖਾ ਲੈਂਦੇ ਹਾਂ। ਉਹ ਇੰਪੋਰਟੈਂਟ ਹੈ ਇਸ ਟਾਈਮ ਦੇ ਉੱਤੇ। ਸੈਕਿੰਡ, ਕਿ ਜਿਹੜੇ ਲੋਕ ਘਰ ਵਿੱਚ ਬਣਾ ਰਹੇ ਨੇ, ਖਾਸ ਕਰ ਮੇਰੀਆਂ ਭੈਣਾਂ ਜਿਵੇਂ ਆਟਾ ਗੁੰਨਦੀਆਂ ਨੇ, ਉਸ ਟਾਈਮ ਪੂਰਾ ਆਪਣੀਆਂ ਐਨ ਜਿਹੜੇ ਆਪਣੀਆਂ ਇਹ ਕੀ ਕਹਿ ਦਿੰਦੇ ਆਪਾਂ, ਕੋਣੀ ਤੱਕ, ਹਾਂ, ਉਹਨਾਂ ਤੱਕ ਆਪਣਾ ਜਿਹੜਾ ਹੈਗਾ ਪੂਰੀ ਚੰਗੀ ਤਰ੍ਹਾਂ ਹੱਥ ਧੋਣਾ। ਹੱਥ ਸਿਰਫ ਸੁਪਰਫਿਸ਼ਲੀ ਨਾ ਧੋਣ, ਆਪਣਾ ਪੂਰਾ ਕੰਪਲੀਟ ਕਰਨ, ਕਿਉਂਕਿ ਮੁੱਕੀ ਦਿੰਦੇ ਹੋਏ ਪੂਰਾ ਹੱਥ ਵਿੱਚ ਜਾਂਦਾ। ਤੇ ਕਈ, ਜਿਵੇਂ ਤੁਸੀਂ ਗੱਲ ਕੀਤੀ ਹੈ, ਕਈ ਲੇਡੀਜ਼ ਜਦੋਂ ਆਟਾ ਗੁੰਨਦੀਆਂ ਨੇ ਜਾਂ ਕੋਈ ਖਾਣਾ ਬਣਾਉਂਦੀਆਂ ਨੇ ਤਾਂ ਉਹ ਅੰਗੂਠੀਆਂ ਪਹਿਨੀਆਂ ਹੁੰਦੀਆਂ ਕੜੇ, ਉਹਦੇ ਵਿੱਚ ਵੀ ਕਈ ਹਾਂਜੀ, ਬਿਲਕੁਲ ਇਫੈਕਟ ਹੁੰਦਾ, ਉਹ ਵਿੱਚ ਤਰ੍ਹਾਂ ਜਾਂਦਾ। ਉਸ ਨੂੰ ਰਿਮੂਵ ਕਰਨ, ਚੰਗੀ ਤਰ੍ਹਾਂ ਹੱਥ ਧੋ ਕੇ ਫੇਰ ਹੀ ਜਿਹੜਾ ਹੈਗਾ ਅੱਗੇ ਕਰਨ। ਪਟਿਆਲੇ ਦੇ ਅਲੀਪੁਰ ਅਰਾਈਆਂ ਪਿੰਡ ਵਿਖੇ ਖੜ੍ਹੇ ਹਾਂ, ਜਿੱਥੇ ਡਾਇਰੀਆ ਨਾਲ ਕਈ ਮੌਤਾਂ ਹੋਈਆਂ ਨੇ ਤੇ ਮਰੀਜ਼ਾਂ ਦੀ ਗਿਣਤੀ ਦੇ ਵੀ ਵੱਡੇ ਅੰਕੜੇ ਆਏ ਨੇ। ਤੇ ਇਸ ਦੇ ਚੱਲਦਿਆਂ ਇੱਕ ਪਰਿਵਾਰ ਕੋਲ ਪਹੁੰਚੇ ਹਾਂ ਜਿਨ੍ਹਾਂ ਦੇ ਘਰ ਵਿੱਚ ਮੌਤਾਂ ਹੋਈਆਂ ਨੇ, ਤੇ ਉਹਨਾਂ ਤੋਂ ਜਾਣਦੇ ਹਾਂ ਕਿ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਕਿ ਡਾਇਰੀਆ ਨਾਲ ਮੌਤ ਹੋਈ ਆ, ਜਾਂ ਹਸਪਤਾਲ ਗਏ ਤਾਂ ਉਹਨਾਂ ਨੇ ਕੀ ਕਿਹਾ, ਤੇ ਹੁਣ ਉਹਨਾਂ ਵਿੱਚ ਕੀ ਰੋਸ ਹੈ, ਕੀ ਹੈ, ਤੇ ਉਹ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਨੇ, ਉਹਨਾਂ ਤੋਂ ਜਾਣਦੇ ਹਾਂ। क्या नाम है जी आपका? ये हमारा नाम पूनम है। मैं चांदनी की मम्मी हूँ, 2 साल की बेटी थी मेरी। ठीक है, माता कौशल्या में गए थे तो सवेरे 6 बजे और पोटी हुई थी और डॉक्टरों ने देखा नहीं और चाय बिस्किट खा रहे थे। मैं गिड़गिड़ाती रही, मेरे बच्चे को नहीं पूछा क्या कहते हैं, और थर्मामीटर लगा रहे थे क्या कहते हैं। मैंने कहा मेरे बच्चे को देख लो, तुम भी एक माँ हो, माँ का दर्द नहीं समझ सकती हो, क्या करें। वो कहती है ले जाओ अपने बच्चे को, तुम्हारा बच्चा तो पूरा हो गया। मैं कहा वो तो हमें भी पता है, हमारा बच्चा पूरा हो गया, हमारी आंखों के सामने, तुम्हारी वजह से हमारा बच्चा पूरा हुआ। माता कौशल्या में हर बार आया लेकिन हमारा बच्चा ठीक होके गया, लेकिन अब की बार तुमने बहुत क्या कहते हैं, एक डॉक्टर का नाम है कलंक को, क्या कहते हैं, इस कलंक को क्या कहते हैं हटाना चाहिए। और हमारी बेटी को कोई ला सकता, कोई डॉक्टर भी, कोई भी क्या करना नहीं ला सकता इस दुनिया में। क्या कितनी उम्र थी आपकी बेटी? मेरी 42 साल थी। आपकी बेटी की उम्र? 2 साल की थी, चांदनी की 2 साल की उम्र थी। और मेरी बेटी क्या कहते हैं, आपको डॉक्टर ने क्या बताया कि किसकी वजह से बेटी की आपकी जान चली गई? डॉक्टर आए नहीं, डॉक्टर बिल्कुल भी नहीं आए। क्या कहते हैं, चाय बिस्किट खा रहे थे, क्या बेड पर लेटाओ माता कौशल्या में। मैं लेटाई तो थर्मामीटर लेके आए, थर्मामीटर देखे। मैं कहा अब क्या करने के लिए आए, अब तो हमारी बेटी पूरी हो गई हमारी आंखों के सामने। ये दो डॉक्टरों का किस काम का है, ये तो माता कौशल्या बंद होना चाहिए। क्या कहते हैं हमारी बेटी पूरी हो गई, तो इसी माता कौशल्या में ठीक हो गई, इसी माता कौशल्या से आज अपनी बेटी की लाश लेके जा रहे हैं। आज उसके बाद यहाँ कोई आपके घर में कोई प्रशासन का अधिकारी आया या आपकी किसी से बात हुई?
हाँ जी हुई थी, क्या करना है। फिर उन्होंने कहा बहुत दुख के कारण है, ये डॉक्टर की गलती है, हम कैमरा खंगालेंगे, क्या कर और तुम्हें मुआवजा दिलवाएंगे, क्या करें तुम्हारी बेटी का। तुम्हारी बेटी तो तुम्हें नहीं ला सकते, लेकिन हम मुआवजा तुम्हें दिलवा के रहेंगे, क्या कर दे। कितने मुआवजे की बात की उन्होंने? ये नहीं बात की, कुछ भी नहीं। और मुआवजा मिला भी नहीं अभी? नहीं, कुछ नहीं मिला जी। चांदनी उम्मीद है आपको? जी कोई उम्मीद नहीं है मुझे कोई उम्मीद नहीं है। और पहले भी क्या कहते माता कौशल्या में हमारी बेटी ठीक होके आई, लेकिन अब की क्या होता है पहले भी आपकी बेटी को दिक्कत आई थी ऐसी कोई? हाँ दिक्कत आई थी, ठीक हो गई थी मेरी बेटी ठीक होके आई, उसी हॉस्पिटल से ठीक हो गया। लेकिन आपके डॉक्टर की गलती थी, डॉक्टर नहीं आए मेरी बेटी के पास, इस करके हमारी बेटी पूरी हो गई, ठीक है। और हमारी बेटी को कोई भी दुनिया से इतना दुख के कारण माँ का दिल नहीं जा सकता, कैसे माँ 9 महीने पेट में रखती है और कैसे अपनी बेटी को हमारे अपने हाथ से कहती ले जाओ अपने घर। ਪਰਿਵਾਰ ਦੇ ਹੋਰ ਜੀਆਂ ਨਾਲ ਗੱਲ ਕਰਦੇ ਆ ਤੇ ਉਹਨਾਂ ਤੋਂ ਜਾਣਦੇ ਆ ਕਿ ਉਹਨਾਂ ਨੂੰ ਕੀ ਰੋਸ ਹੈ, ਕਿੰਨਾ ਦਰਦ ਹੈ ਤੇ ਉਹ ਕੀ ਕੁਝ ਦੱਸ ਸਕਦੇ ਨੇ ਇਹ ਜੋ ਕੁਝ ਹੋਇਆ जी। पता तो चले। जी बताइए क्या? हाँ जी सर जी, पहले तो मैं इनके बारे में कहना चाहूँगी, 70 साल की तारावती जी हैं, ठीक है। ये भी लूज मोशन और उल्टी से ही गई हैं। 6 बजे से 7 बजे के बीच, 7 बजे इन्होंने सवेरे प्राण छोड़ दिए, रब को प्यारी हो गई, ठीक है। किस वजह से? सीवरेज की वजह से, पानी की सीवरेज डायरिया जिसे बोलते हैं, ये यानी पानी तक उन्हें नहीं सूट किया, यही पानी पी रही थी। और मुझे इसके बारे में इंफॉर्मेशन नहीं दी गई कि सरकारी टूटी है मेरे घर, जिसकी वजह से मैं उनको खुद भी पीती रही, पूरे परिवार को पिलाती रही और उनको भी, ठीक है। वो जो है 28 जून को 6 बजे सवेरे उनकी तबीयत खराब हुई, लूज मोशन हुई और उल्टियाँ हुई, 7 बजे प्राण छोड़ दिए। उन्होंने मुझे अस्पताल ले जाने का मौका भी नहीं दिया तारावती जी ने, ठीक है। और ये तारावती की एक फ़ोटो ये है वीर जी, ठीक है, और दूसरी ये है तारावती, ठीक है। और अब आई 28 जून को तो तारावती पूरी हो चुकी थी, ठीक है। 30 जून को उनके फूल लेके हरिद्वार गए, ठीक है। ये मेरे फादर जी हैं, आ जाओ पापा जी इधर। हाँ जी। मैं इनकी बड़ी बेटी हूँ, ब्रदर कोई नहीं है, ठीक है। मैं तीसरी फोटो किसकी? तीसरी फोटो किसी की नहीं है, ये तीसरी ये गुड़िया की है, चांदनी मेरी गुड़िया 2 साल की, जो माता कौशल्या बीच लापरवाही से पूरी हुई है, उसकी फ़ोटो है ये मेरी गुड़िया की। 1 जुलाई को उसका पूरा हुआ है, हरिद्वार से पापा फूल चुप के आए, तो ये लड़की सवेरे 6 बजे इसको लूज मोशन लगी, पानी जैसी लैटरिन जिसको बोलते हैं, सिर्फ ओनली, ठीक है। उसकी वजह से इसको मैं माता कौशल्या बीच लेके भागी। भारी बारिश थी, साधन ना मिलने की वजह से भी मैं टेम्पो वाले से रिक्वेस्ट करके और मैं गुड़िया को 7:30 बजे वहाँ माता कौशल्या बीच लेके पहुँची। और मेरी गुड़िया वहाँ डॉक्टर इमरजेंसी जिसको बोलते हैं, वहाँ पर ना तो कोई पर्ची बनाने वाली डॉक्टर थी और ना ही कोई नर्स थी, ठीक है। और आसपास भी नहीं थी। मैं फिर भी अंदर एंट्री जिसको बोलते हैं ना, डॉक्टर चाय बिस्कुट पीती खाती हैं या नर्सों को समझाती हैं कुछ भी, ठीक है। जहाँ दवाइयों का स्टोर भी है वो, ठीक है, वहाँ से दवाइयाँ देती हैं लोगों को निकाल करके इमरजेंसी में। वहाँ मैं गई, लड़की मेरे कंधे में, ये 2 साल की गुड़िया, ठीक है। मैं रोती रही, गिड़गिड़ाती रही, मैं मौसी हूँ, बगल में माँ भी थी। मैं बच्चे को कंधे पे लेके रोती रही, गिड़गिड़ाती रही, आप चाय बिस्कुट छोड़ दीजिए। चाय बिस्कुट उनका नहीं छूटा। दोनों लेडी डॉक्टर थी, उन्होंने चाय बिस्कुट मेरे को कहती है जाके अपना बच्चा बेड पे लिटाओ। मैंने बच्चा बेड पे भी लिटाया और उसके बाद चाय बिस्कुट ख़त्म करने के बाद मेरी लड़की ऊपर जा चुकी थी जब तक डॉक्टर आई, क्योंकि कोई भी ट्रीटमेंट नहीं शुरू हुआ था। मेरी लड़की आज मेरे गोदी में खेलती, समझे। चाय बिस्कुट ख़त्म करने के बाद आई, तो उसके बाद मेरी लड़की मेरे आंखों के सामने रब को प्यारी हो चुकी थी। वो मुझे बेवकूफ़ बनाने के लिए थर्मामीटर उसके साइड में लगा रही थी। मैंने बोला ये किसके लिए लगाया जा रहा है, ठीक है। मैं जब जान सकती हूँ, मेरी लड़की ने पलक झपली, फिर मुझे बेवकूफ़ बनाया जा रहा था बुखार का थर्मामीटर लगाने के लिए बच्चे को। मैंने बोला आप किसको, चाय बिस्कुट तो आपका ख़त्म हो गया ना, तो अब आप बताइए मुझे, माता कौशल्या बीच डॉक्टर, चाय बिस्कुट कीमती है कि बच्चे की जान कीमती है? मैं सारी दुनिया से ये पूछती हूँ,
सरकार से पूछती हूँ, डॉक्टर से पूछती हूँ इस बात को। मेरी गुड़िया मेरी आंखों के सामने चली गई सिर्फ ट्रीटमेंट ना मिलने की वजह से। मेरी उजड़ी है दुनिया। मेरे घर में 4 दिन के अंदर 2 मौतें। 28 जून को तारावती की हुई है और 1 जुलाई को मेरी ये गुड़िया, 4 जुलाई को बर्थडे था इस गुड़िया का। मेरे दिल पे क्या बीत रही है आप लोग समझो। अगर ट्रीटमेंट शुरू हो जा, बीत रही है आप लोग समझो। अगर ट्रीटमेंट शुरू हो जाता तो मेरी गुड़िया आज मेरी गोदी में उस दिन भी खेलती मेरी गोदी में। तो उसके बाद आप किसी अधिकारी के पास गए शिकायत लेके कि ऐसा कुछ हुआ? जी मैं कुछ नहीं, मैं घर में अपनी गुड़िया का संस्कार जिसे कहते हैं दफनाया जाना। शाम को 5:30 बजे, 4:30 बजे मेरे डैडी आए, चांदनी के फादर आए, हरिद्वार गए थे, तब ये हुआ। ठीक है, संस्कार दफन किया गया उसे। उसके बाद डॉक्टर बलबीर स्वास्थ्य मंत्री जिनको बोलते हैं, वो मेरे पास आए कितनी तारीख को? 4 तारीख को। ठीक है, वो कहते हैं मैं कैमरा खंगालूंगा। आज तक कैमरा खंगाला ही जा रहा है, कोई सुनवाई नहीं हो रही है, समझे। मुआवजे की बात की थी? कोई मुआवजा नहीं, बस जी मुंह से बक दिया गया जी की पॉलिटिक्स जिसको बोलते हैं, समझे, राजनीति। ये राजनीति हो रही है मेरे साथ। कोई भी आप ये बताइए, 28 जून से मेरी माता जी गई, ठीक है, 4 दिन के अंदर 2 मौतें हुई। 28 जून को मेरी माता, 1 जुलाई को मेरी गुड़िया गई। और आज आप देख लीजिए क्या डेट है। आज 12 तारीख है, 12 जुलाई। ठीक है, चांदनी को गए 12 हो गए और मेरी माता जी को कल 15 ही दिन, आज सैटरडे को ही गई थी। ठीक है, 15 दिन कोई कुछ नहीं मेरे हाथ में। सरकार से मैंने मिन्नतें भी की, सरकार से मेरे को सहयोग दिया जाए, मेरे को मुआवजा दिलाए, कोई सुनवाई नहीं है, क्योंकि असी गरीब बंदे। अधिकारियों के पास आप गए थे या आपके घर में भी कोई आया अधिकारी? जी किसी के पास हम नहीं गए, पत्रकार लेके आए थे, जैसे आप आए हैं, ठीक है, चंदू माजरा बोलते हैं, वहाँ से पत्रकार आए थे और वो आए थे चंदू माजरा से ही आए थे, अकाली के साथ आए थे, चंदू माजरा के साथ अकाली के आए थे। ठीक है जी, उन्होंने बोला हम कमिश्नर की, ठीक है, नगर निगम कमिश्नर की 6 महीने की तनख्वाह और अधिकारियों की 6 महीने की तनख्वाह काट के इनको मुआवजा दिया जाए। अभी तक तो कोई मैसेज आया नहीं जी। सरकार से हम रिक्वेस्ट ही कर सकते हैं कि मुझे सहयोग दिया जाए, ठीक है, मुझे मुआवजा दिलाया जाए। और कोई ब्रदर भी नहीं है हमारे कमाने वाला, हमें देखने वाला। और आपके घर में 2 मौतें हुई एक बीमारी की वजह से। हाँ जी। उसके बाद कोई डॉक्टर या कोई आशा वर्कर आपके घर में आई, कोई जैसे क्लोरीन बांटते हैं, हदायतें देते हैं, कुछ ऐसी? कुछ नहीं जी, डॉक्टर तो आई थी जी, वही स्वास्थ्य मंत्री जिसको मैं आप बोल रही हूँ, डॉक्टर बलबीर के साथ, ठीक है, वो उनके साथ आई, बाकी उसके बाद नहीं। उसके बाद तो डॉक्टर आके बस यही एक नर्स आती है, डॉक्टर आती है, फॉर्मेलिटीज जिसको बोलते हैं, आपके घर में ठीक ठाक है सब, डिस्पेंसरी से बस यही सर्वे करके और चले जाते हैं, कोई वो नहीं, कोई कुछ नहीं। ठीक है, आप क्या कहना चाहेंगे इसके बारे में? पापा जी आप बोलिए। मेरा नाम जमुना प्रसाद है, उम्र मेरी 79 है और हमारे 2 कुड़ियाँ हैं, जिसमें बड़ी वाली कुड़ी प्रेमलता विधवा है, वो भी मेरे पास ही रहती है। और ये छोटी कुड़ी है जो मेरे खब्बे हाथ पर खड़ी है, पूनम। तो ये कि ये समझो किसी ढंग से गुजर बसर कर रहा हूँ, मुंडा है नहीं। और वैसे जब से देश आज़ाद हुआ तब से सरकारें तो बहुत बनी हर पार्टियों की, और सब ने किया, लेकिन उससे चौगुना क्या कहते हैं भगवंत मान की सरकार कर रही है गरीबों के हित के लिए। और हमें उम्मीद है कि क्या कहते हैं ये कि हमारे साथ भी न्याय करेंगे और हमें हेल्प करेंगे। मैं बहुत बड़ी उम्मीद करता हूँ। और यही नहीं, किसी सरकार ने इतना गरीबों के साथ नहीं किया। पूरे पंजाब में गांव-गांव डिस्पेंसरी क्या कहते हैं खुलवाया है, समझे ना आपकी, नहीं खुलवाया है, जो कि अभी डॉक्टर के पास जाओ तो 80 रुपये से लेके 150 रुपये तक चार्ज लेते हैं, लेकिन इतनी इम्पोर्टेंट दवाई मिलती है कि ये कि वहाँ फ्री मिलती है गांव-गांव और शहर में भी डिस्पेंसरियों में। और क्या आम आदमी क्लिनिक,
जो ये कि क्या कहते हैं गरीब के हित के लिए काम कर रही है, और मेरे साथ भी ये समझो सरकार जरूर न्याय करेगी। जब आपकी बच्ची बीमार हुई तो आप सीधा कौशल्या लेके गए या पहले लोकल डॉक्टर को दिखाया किसी को? डायरेक्टली माता कौशल्या बीच, डायरेक्ट मैं प्रेमलता, डायरेक्ट माता कौशल्या बीच, और ये इसकी मम्मी जी हैं, मैं मासी हूँ, ठीक है। दोनों के बीच में ही गुड़िया पली है बचपन से ही, ठीक है। दोनों को ही उतना माँ और मम्मी जैसा मानती थी, ठीक है।